ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੀਵਨ ਇਤਿਹਾਸ ਇਲਾਹੀ ਜੋਤ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ। ਪਾਰਟ 3। ਸਮਾਂ ਨਾ ਖੜਿਆ ਹੈ ਤੇ ਨਾ ਖੜਨਾ ਜਾਣਦਾ ਹੈ। ਸਮਾਂ ਆਪਣੇ ਸੁਭਾਅ ਅਨੁਸਾਰ ਤੁਰਦਾ ਗਿਆ ਤੇ ਨੰਦ ਸਿੰਘ ਜੀ ਹੌਲੀ ਹੌਲੀ ਵੱਡੇ ਹੋਣ ਲੱਗੇ। ਉਹ ਆਪਣੇ ਹਾਣੀਆਂ ਨਾਲ ਕਦੇ ਕਦੇ ਖੇਡ ਲਿਆ ਕਰਦੇ, ਪਰ ਕਦੇ ਰੌਲਾ ਨਾ ਪਾਉਂਦੇ। ਖੇਡਣ ਵੇਲੇ ਵੀ ਬਹੁਤਾ ਕਰਕੇ ਚੁੱਪ ਹੀ ਰਹਿੰਦੇ। ਸਾਥੀਆਂ ਨੇ ਉਹਨਾਂ ਦੇ ਅਨੋਖੇ ਸੁਭਾਅ ਕਾਰਨ ਉਹਨਾਂ ਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਕੁਝ ਵੱਡੇ ਹੋਣ ਤੇ ਉਹਨਾਂ ਨੇ ਕਿਰਤ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹਨਾਂ ਦਾ ਅਨੋਖਾ ਸੁਭਾਅ ਬਰਕਰਾਰ ਸੀ। ਜਿਸ ਵੀ ਕਿਸੇ ਦਾ ਕੰਮ ਕਰਨਾ ਹੁੰਦਾ ਉਸਨੂੰ ਪਹਿਲਾਂ ਹੀ ਕਹਿ ਦਿੰਦੇ ਕਿ ਇੱਕ ਤਾਂ ਉਹ ਚਿਰ ਨਾਲ ਆਇਆ ਕਰਨਗੇ ਤੇ ਦੂਜੇ ਦਿਹਾੜੀ ਘੱਟ ਲਿਆ ਕਰਨਗੇ, ਪਰ ਕੰਮ ਘੱਟ ਸਮੇਂ ਵਿੱਚ ਵੀ ਨਿਬੇੜ ਦਿਆ ਕਰਨਗੇ। ਥੋੜੇ ਹੀ ਚਿਰ ਬਾਅਦ ਉਹ ਪਿੰਡ ਦੇ ਚੰਗੇ ਕਾਰੀਗਰਾਂ ਵਿੱਚ ਗਿਣੇ ਜਾਣ ਲੱਗੇ, ਕਿਉਂਕਿ ਦੁਨੀਆ ਦਾ ਦਸਤੂਰ ਹੈ ਕਿ ਜੋ ਬੰਦਾ ਘੱਟ ਕੀਮਤ ਲੈ ਕੇ ਵੱਧ ਮੁਨਾਫਾ ਦੇਵੇ ਚੰਗਾ ਗਿਣਿਆ ਜਾਂਦਾ ਹੈ। ਕੰਮ ਕਰਨ ਵੇਲੇ ਉਹ ਸਿਰਫ ਲੋੜ ਦੀ ਹੀ ਚੀਜ਼ ਮੰਗਿਆ ਕਰਦੇ ਅਤੇ ਬਾਕੀ ਸਮਾਂ ਚੁੱਪ ਹੀ ਰਹਿੰਦੇ। ਉਹਨਾਂ ਦੇ ਬੁੱਲ ਲਗਾਤਾਰ ਹਿਲਦੇ ਰਹਿੰਦੇ। ਉਹ ਕਹਿੰਦੇ ਹਨ ਨਾ, ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ, ਦੇਖੋ ਲਾ ਕੇ ਕੈਸਾ ਸਰੂਰ ਆਵੇ। ਇਹੋ ਅਵਸਥਾ ਉਸਦੀ ਸੀ। ਚਿੱਤ ਹਮੇਸ਼ਾ ਰੱਬ ਨਾਲ ਜੁੜਿਆ ਰਹਿੰਦਾ ਸੀ, ਇਸੇ ਲਈ ਉਹ ਗੱਲਬਾਤ ਘੱਟ ਕਰਦੇ ਸੀ। ਬਹੁਤ ਬੋਲਣ ਵਾਲਾ ਪ੍ਰੀਤ ਦੇ ਰੰਗ ਵਿੱਚ ਨਹੀਂ ਰੰਗਿਆ ਹੁੰਦਾ। ਜਿਸ ਨੂੰ ਪ੍ਰੇਮ ਰੰਗ ਚੜ ਜਾਵੇ ਉਸਦਾ ਬੋਲਣਾ ਆਪੇ ਬੰਦ ਹੋ ਜਾਂਦਾ ਹੈ, ਤੇ ਜੇ ਉਹ ਬੋਲੇ ਵੀ ਤਾਂ ਆਪਣੇ ਪਿਆਰੇ ਦੀ ਹੀ ਗੱਲ ਕਰਦਾ ਹੈ। ਪਰ ਕੁਝ ਬੋਲਣਾ ਉਸਨੂੰ ਚੰਗਾ ਨਹੀਂ ਲੱਗਦਾ। ਜਿਵੇਂ ਪਪੀਹੇ ਨੂੰ ਪਾਣੀ ਨਾਲ ਪਿਆਰ ਹੈ, ਉਹ ਹਰ ਵਕਤ ਪ੍ਰਿਓ ਪ੍ਰਿਓ ਹੀ ਕਰਦਾ ਰਹਿੰਦਾ ਹੈ। ਜਲ ਦੇ ਨਾਲ ਪ੍ਰੀਤ ਪਪੀਹਾ ਪ੍ਰਿਓ ਪ੍ਰਿਓ ਕਰੇ, ਜਲ ਤੋਂ ਬਿਨਾਂ ਮਛਲੀ ਦਾ ਵੀ ਦੱਸੋ ਕਿਵੇਂ ਸਰੇ। ਬਾਬਾ ਨੰਦ ਸਿੰਘ ਜੀ ਕਿਰਤ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰਦੇ ਸੀ ਅਤੇ ਕਦੇ ਕਦੇ ਆਪਣੇ ਸਾਥੀਆਂ ਨੂੰ ਕਿਹਾ ਕਰਦੇ ਸੀ ਕਿ ਜਿੰਨੀ ਰਕਮ ਲਈ ਜਾਵੇ ਉਸ ਤੋਂ ਵੱਧ ਕੰਮ ਕੀਤਾ ਜਾਵੇ। ਪਿੰਡ ਦੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਉਹਨਾਂ ਕੋਲੋਂ ਕੰਮ ਕਰਵਾਉਣ ਵਾਲੇ ਪੂਰੀ ਤਰ੍ਹਾਂ ਸੰਤੁਸ਼ਟ ਹੁੰਦੇ। ਇੱਕ ਦਿਨ ਇਹ ਜਿਹੀ ਘਟਨਾ ਵਾਪਰੀ ਜਿਸ ਨੇ ਇਹਨਾਂ ਸਾਰਿਆਂ ਨੂੰ ਹੈਰਾਨ ਅਤੇ ਦੁਖੀ ਕਰ ਦਿੱਤਾ। ਬਾਬਾ ਨੰਦ ਸਿੰਘ ਜੀ ਬਿਨਾਂ ਕਿਸੇ ਨੂੰ ਕੁਝ ਦੱਸੇ ਪਿੰਡ ਛੱਡ ਕੇ ਚਲੇ ਗਏ ਸਨ। ਬਾਬਾ ਨੰਦ ਸਿੰਘ ਜੀ ਇੱਕ ਘਰ ਦੇ ਬੂਹੇ 'ਚ ਖੜ ਕੇ ਅੰਦਰ ਦੇਖਿਆ। ਘਰ ਦੀ ਮਾਲਕਣ ਰੋਟੀ ਪਕਾ ਰਹੀ ਸੀ। ਮਾਈ, ਪ੍ਰਸ਼ਾਦਾ ਛਕਣਾ ਹੈ। ਨੰਦ ਸਿੰਘ ਜੀ ਨੇ ਮਾਈ ਨੂੰ ਸੰਬੋਧਨ ਕੀਤਾ। ਨੰਦ ਸਿੰਘ ਜੀ ਨੂੰ ਮੰਗਣਾ ਨਹੀਂ ਸੀ ਆਉਂਦਾ ਅਤੇ ਨਾ ਹੀ ਉਹ ਮੰਗਣਾ ਚਾਹੁੰਦੇ ਸਨ। ਘਰ ਨਿਕਲਣ ਤੋਂ ਬਾਅਦ ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਆਪ ਜੀ ਨੇ ਆਪਣਾ ਨਿਤਨੇਮ ਇਸ ਤਰ੍ਹਾਂ ਬਣਾਇਆ ਸੀ ਕਿ ਕੁਝ ਦਿਨਾਂ ਬਾਅਦ ਕੋਈ ਕਿਰਤ ਕਰਨੀ ਜਿਸ ਨਾਲ ਅਗਲੇ ਦਿਨਾਂ ਲਈ ਪ੍ਰਸ਼ਾਦੇ ਦਾ ਇੰਤਜ਼ਾਮ ਹੋ ਸਕੇ। ਉਸ ਦਿਨ ਦੀ ਕਮਾਈ ਨਾਲ ਅਗਲੇ ਕੁਝ ਦਿਨ ਪ੍ਰਸ਼ਾਦਾ ਤਿਆਰ ਕਰਦੇ ਅਤੇ ਫਿਰ ਇੱਕ ਦਿਨ ਕਿਰਤ ਕਰਦੇ। ਜ਼ਿਆਦਾਤਰ ਸਮਾਂ ਆਪਣੇ ਪਿਆਰੇ ਦੀ ਯਾਦ ਵਿੱਚ ਉਸਦੇ ਸਿਮਰਨ ਵਿੱਚ ਹੀ ਬਤੀਤ ਕਰਦੇ। ਇੰਨੀ ਸਖਤ ਘਾਲਣਾ ਨਾਲ ਸਰੀਰ ਨਿਰਬਲ ਹੋ ਗਿਆ ਸੀ ਅਤੇ ਕਿਰਤ ਕਰਨੀ ਵੀ ਔਖੀ ਹੋ ਗਈ। ਇੱਕ ਦਿਨ ਮਨ ਵਿੱਚ ਵਿਚਾਰ ਆਇਆ ਕਿ ਜੱਗ ਵਿੱਚ ਮੰਗ ਕੇ ਵੀ ਤਾਂ ਬਹੁਤ ਲੋਕ ਗੁਜ਼ਾਰਾ ਕਰਦੇ ਨੇ। ਨਾਮ ਜਪਣ ਖਾਤਰ ਜੇ ਮੰਗ ਵੀ ਲਿਆ ਤਾਂ ਕੋਈ ਗੁਨਾਹ ਤਾਂ ਨਹੀਂ ਹੋ ਜਾਣਾ। ਪਰ ਕਦੇ ਖਿਆਲ ਆਉਣਾ ਕਿ ਇਹ ਠੀਕ ਨਹੀਂ। ਇਹਨਾਂ ਵਿਚਾਰਾਂ ਵਿੱਚ ਕਾਫੀ ਸਮਾਂ ਲੰਘ ਗਿਆ। ਕਿੰਨਾ ਸੋਚਾਂ ਵਿੱਚ ਪੈ ਗਿਆ। ਨੰਦ ਸਿੰਘਾ ਉੱਠ, ਨਾਮ ਜਪ। ਬਾਬਾ ਨੰਦ ਸਿੰਘ ਜੀ ਨੇ ਹੌਲੀ ਜਿਹੀ ਆਖਿਆ ਤੇ ਸਿਮਰਨ ਵਿੱਚ ਜੁੜ ਗਏ। ਅੱਜ ਸਵੇਰੇ ਆਪ ਜੀ ਹੌਲੀ ਹੌਲੀ ਤੁਰਦੇ ਦੂਰ ਇੱਕ ਪਿੰਡ ਵਿੱਚ ਪਹੁੰਚ ਗਏ। ਵਿਚਾਰ ਕੀਤਾ, ਅੱਜ ਇੱਥੇ ਹੀ ਕਿਸੇ ਦੇ ਕੋਲ ਪ੍ਰਸ਼ਾਦਾ ਛਕ ਲੈਂਦੇ ਹਾਂ। ਅਜੇ ਤੜਕਾ ਹੀ ਸੀ, ਪਰ ਮਨ ਵਿੱਚ ਖਿਆਲ ਆਇਆ ਕਿ ਇਹੋ ਵੇਲਾ ਠੀਕ ਹੈ, ਕੋਈ ਮੰਗਦੇ ਨੂੰ ਦੇਖ ਨਾ ਲਵੇ। ਆਪ ਨੇ ਅੱਜ ਤੱਕ ਕਿਸੇ ਨੂੰ ਸਵਾਲ ਨਹੀਂ ਸੀ ਪਾਇਆ, ਇਸ ਕਰਕੇ ਇਸ ਘਰ ਵਿੱਚ ਆਪ ਜੀ ਨੇ ਬਿਨਾਂ ਕਿਸੇ ਆਵਾਜ਼ਾਂ ਦੇਣ ਦੇ ਰੋਟੀ ਖਾਣ ਦੀ ਇੱਛਾ ਜ਼ਾਹਿਰ ਕੀਤੀ। ਜੱਟੀ ਨੇ ਅਜੇ ਪਹਿਲੀ ਰੋਟੀ ਤਵੇ ਤੇ ਪਾਈ ਹੀ ਸੀ। ਆਪ ਜੀ ਨੂੰ ਦੇਖ ਕੇ ਖਿੱਚ ਕੇ ਬੋਲੀ, ਤੜਕੇ ਹੀ ਮੰਗਣ ਆ ਗਿਆ ਹੈ। ਆਹ ਜਿਹੜਾ ਖੇਤੋਂ ਪਾਣੀ ਲਾਉਂਦਾ ਆਇਆ, ਰੋਟੀ ਪਹਿਲਾਂ ਇਹਨੂੰ ਦਵਾਂ ਕਿ ਫਿਰ ਤੈਨੂੰ ਵਿਹਲੇ ਨੂੰ। ਜੱਟੀ ਨੇ ਮੰਜੇ ਤੇ ਬੈਠੇ ਜੱਟ ਵੱਲ ਇਸ਼ਾਰਾ ਕੀਤਾ। ਕੋਈ ਨਹੀਂ, ਇਹ ਜਦੋਂ ਮੰਗਣ ਆ ਹੀ ਗਿਆ, ਕਹਿੰਦੇ ਹੈ ਮੰਗਣ ਗਿਆ ਸੋ ਮਰ ਗਿਆ। ਐਵੇਂ ਕੋਈ ਮੰਗਣ ਨਹੀਂ ਆਉਂਦਾ, ਦੇ ਦੇ ਇਹਨੂੰ ਰੋਟੀ ਬੁਰਕੀ। ਜੱਟ ਨੇ ਆਪਣੀ ਘਰਵਾਲੀ ਨੂੰ ਸਮਝਾਇਆ, ਪਰ ਨੰਦ ਸਿੰਘ ਜੀ ਨੂੰ ਗੱਲ ਬੜੀ ਚੁਭੀ। ਉਸੇ ਪਲ ਉਹ ਪਿੱਛੇ ਪਰਤ ਗਏ। ਜੱਟ ਨੇ ਆਵਾਜ਼ ਮਾਰੀ ਅਤੇ ਬਾਹਰ ਭੱਜ ਆਇਆ। ਜੱਟੀ ਵੀ ਬੂਹੇ ਵਿੱਚ ਆ ਗਈ। ਤੁਸੀਂ ਪ੍ਰਸ਼ਾਦਾ ਜ਼ਰੂਰ ਛਕੋ, ਇਹਨੂੰ ਤਾਂ ਚੰਦਰੀ ਨੂੰ ਕਾਸੇ ਦਾ ਪਤਾ ਨਹੀਂ। ਜੱਟ ਨੇ ਹੱਥ ਜੋੜਦਿਆਂ ਕਿਹਾ, ਅਜੇ ਮਰਿਆ ਨਹੀਂ, ਅੱਜ ਤੋਂ ਬਾਅਦ ਕਦੀ ਨਹੀਂ ਮੰਗਣਾ।
ਭਾਵੇਂ ਮਰ ਹੀ ਜਾਵਾਂ, ਆਖਦੇ ਨੰਦ ਸਿੰਘ ਜੀ ਪਿੰਡੋਂ ਬਾਹਰ ਨਿਕਲ ਗਏ। ਨੰਦ ਸਿੰਘ ਜੀ ਪਿੰਡ ਤੋਂ ਬਾਹਰ ਨਿਕਲ ਕੇ ਉਸੇ ਰਸਤੇ ਪੈ ਗਏ, ਪਰ ਇਸ ਵਾਰ ਉਹਨਾਂ ਦੀ ਤੁਰ ਬਹੁਤ ਤੇਜ਼ ਸੀ। ਨੰਦ ਸਿਆਂ ਦੇਖ ਲਿਆ ਮੰਗ ਕੇ ਉਹਨਾਂ ਨੇ ਆਪਣੇ ਆਪ ਨੂੰ ਆਖਿਆ। ਫਿਰ ਨਿਰੰਕਾਰ ਅੱਗੇ ਅਰਦਾਸ ਵਜੋਂ ਸ਼ਲੋਕ ਪੜਿਆ। ਫਰੀਦਾ ਬਾਰ ਪਰਾਈ ਨੇ ਬੈਸਣ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ। ਇਸੇ ਤਰ੍ਹਾਂ ਬੇਨਤੀਆਂ ਕਰਦੇ ਉਸ ਥਾਂ ਤੇ ਪਹੁੰਚ ਗਏ ਜਿੱਥੇ ਸਿਮਰਨ ਵਿੱਚ ਜੁੜਿਆ ਕਰਦੇ ਸਨ। ਉੱਥੇ ਪਹੁੰਚ ਕੇ ਆਪ ਜੀ ਨਿੱਜ ਸਰੂਪ ਵਿੱਚ ਜੁੜ ਗਏ। ਸਾਰਾ ਦਿਨ ਅਤੇ ਸਾਰੀ ਰਾਤ ਇਸੇ ਤਰ੍ਹਾਂ ਲੰਘ ਗਈ। ਕੋਈ ਵੀ ਕੰਮ ਸੌਖਾ ਨਹੀਂ ਹੁੰਦਾ, ਪਰ ਨਾਮ ਜਪਣਾ, ਰੱਬ ਦੀ ਬੰਦਗੀ ਕਰਨਾ ਸਭ ਤੋਂ ਔਖਾ ਕੰਮ ਹੈ। ਆਖਣ ਔਖਾ ਸਾਚਾ ਨਾਉ। ਕਹਿਣ ਨੂੰ ਭਾਵੇਂ ਕੋਈ ਕਹੀ ਜਾਵੇ ਕਿ ਇਹ ਵਿਹਲਿਆਂ ਦਾ ਕੰਮ ਹੈ ਜਾਂ ਕੰਮ ਤੋਂ ਬਚਣ ਦਾ ਤਰੀਕਾ ਹੈ, ਪਰ ਸੱਚ ਤੇ ਸੱਚ ਹੀ ਹੁੰਦਾ ਹੈ। ਜੇ ਕੋਈ ਕੰਮ ਕਰਨ ਤੋਂ ਡਰਦਾ ਦੁਨੀਆ ਛੱਡ ਦੇਵੇ, ਸਾਧ ਹੋ ਜਾਵੇ ਅਤੇ ਦੁਨੀਆ ਨੂੰ ਭਰਮਾਉਣ ਲਈ ਅੱਖਾਂ ਮੀਚ ਕੇ ਸਮਾਧੀ ਲਾ ਕੇ ਬੈਠ ਜਾਵੇ, ਕੁਛ ਚਿਰ ਤਾਂ ਉਹ ਇਸ ਤਰ੍ਹਾਂ ਬੈਠ ਸਕਦਾ ਹੈ, ਪਰ ਬਹੁਤਾ ਚਿਰ ਬੈਠਣਾ ਉਸ ਲਈ ਔਖਾ ਹੋ ਜਾਂਦਾ ਹੈ। ਇੱਕ ਕੋਈ ਰੱਬ ਦਾ ਪਿਆਰਾ ਭਗਤ ਅੰਮ੍ਰਿਤ ਵੇਲੇ ਨਿਤਨੇਮ ਕਰ ਰਿਹਾ ਸੀ। ਅਵਸਥਾ ਉੱਚੀ ਹੋਣ ਕਾਰਨ ਨਿਤਨੇਮ ਜ਼ਿਆਦਾ ਸੀ, ਜੋ ਅੱਧੀ ਰਾਤ ਤੋਂ ਸ਼ੁਰੂ ਹੁੰਦਾ ਸੀ। ਤੋ ਉਹ ਗੁਰਮੁਖ 12:30 ਵਜੇ ਨਿੱਜ ਸਰੂਪ ਵਿੱਚ ਜੁੜ ਕੇ ਬੈਠਾ ਸੀ। ਅਜੇ ਥੋੜਾ ਹੀ ਚਿਰ ਹੋਇਆ ਸੀ ਕਿ ਕੋਈ ਚੀਜ਼ ਡਿੱਗਣ ਦਾ ਖੜਕਾ ਹੋਇਆ। ਭਗਤ ਨੇ ਅੱਖਾਂ ਖੋਲ ਕੇ ਦੇਖਿਆ, ਇੱਕ ਬੰਦਾ ਸਹਿਮਿਆ ਖੜਾ ਸੀ। ਅਸਲ ਵਿੱਚ ਉਹ ਚੋਰ ਸੀ ਅਤੇ ਉਸ ਭਗਤ ਦੇ ਡੇਰੇ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਆਇਆ ਸੀ, ਪਰ ਕਿਸੇ ਚੀਜ਼ ਨਾਲ ਟਕਰਾ ਗਿਆ। ਟਕਰਾਇਆ ਇਉਂ ਕਿ ਕਮਰੇ ਵਿੱਚ ਵੜ ਕੇ ਜਦੋਂ ਉਸਨੇ ਦੇਖਿਆ ਕਿ ਭਗਤ ਅੱਖਾਂ ਬੰਦ ਕਰੀ ਧਿਆਨ ਵਿੱਚ ਬੈਠਾ ਹੈ, ਕੋਲ ਜੋਤ ਜਲ ਰਹੀ ਹੈ, ਬੁੱਲ੍ਹ ਹਿਲ ਰਹੇ ਹਨ, ਚਿਹਰੇ ਤੇ ਅਨੋਖਾ ਜਲਾਲ ਹੈ, ਤਾਂ ਉਹ ਕੁਝ ਡਰ ਗਿਆ ਅਤੇ ਕੋਲ ਪਈ ਕਿਸੇ ਚੀਜ਼ ਨਾਲ ਟਕਰਾ ਗਿਆ। ਕੌਣ ਹੈ? ਭਗਤ ਨੇ ਪੁੱਛਿਆ। ਜੀ ਮੈਂ ਚੋਰ ਹਾਂ। ਚੋਰ ਨੇ ਸੱਚੀ ਗੱਲ ਦੱਸੀ। ਜੇਕਰ ਬੰਦਾ ਮਹਾਂਪੁਰਖਾਂ ਦੇ ਪੁੱਛਣ ਤੇ ਆਪਣੀ ਗਲਤੀ ਮੰਨ ਲਵੇ ਅਤੇ ਸੱਚ ਸੱਚ ਦੱਸ ਦੇਵੇ ਤਾਂ ਬਖਸ਼ਿਆ ਜਾਂਦਾ ਹੈ। ਜਿਵੇਂ ਭੂਮੀਏ ਚੋਰ ਨੇ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਸੱਚੋਂ ਦੱਸ ਦਿੱਤਾ ਸੀ ਕਿ ਉਹ ਚੋਰ ਹੈ, ਤਾਂ ਗੁਰੂ ਸਾਹਿਬ ਨੇ ਉਸ ਤੇ ਮਿਹਰ ਕੀਤੀ ਅਤੇ ਵਿਧੀ ਨਾਲ ਚੋਰੀ ਦੀ ਆਦਤ ਦੂਰ ਕਰਕੇ ਸੰਤ ਬਣਾ ਦਿੱਤਾ। ਭੂਮੀਏ ਚੋਰ ਨੇ ਆਪਣੀ ਹਕੀਕਤ ਕਰ दी तुझे बयां, चोरी छुड़वा कर उसकी ने बना दिया भगवान। ਚੋਰ ਦੇ ਮੂੰਹੋਂ ਸੱਚ ਸੁਣ ਕੇ ਭਗਤ ਮੁਸਕਰਾਇਆ ਅਤੇ ਪੁੱਛਿਆ, ਤੂੰ ਭਾਈ ਚੋਰੀ ਕਿਉਂ ਕਰਦਾ ਹੈ? ਜੀ ਰੋਟੀ ਦਾ ਇੰਤਜ਼ਾਮ ਕਰਨ ਲਈ। ਚੋਰ ਨੇ ਕਿਹਾ, ਜੇ ਮੈਂ ਤੈਨੂੰ ਕੋਈ ਕੰਮ ਕਹਾਂ ਤੇ ਬਦਲੇ ਵਿੱਚ ਤੈਨੂੰ ਉਹੀ ਦੇਵਾਂ ਜੋ ਤੂੰ ਮੰਗੇ, ਤਾਂ ਕੀ ਤੂੰ ਉਹ ਕੰਮ ਕਰੇਂਗਾ? ਭਗਤ ਨੇ ਪੁੱਛਿਆ। ਉਸ ਕੋਲ ਚੋਰ ਨੂੰ ਕੁਛ ਦੇਣ ਦਾ ਕੀ ਘਾਟਾ ਹੋਣਾ ਸੀ, ਕਿਉਂਕਿ ਜੋ ਸਦਾ ਹੀ ਸਿਮਰਨ ਵਿੱਚ ਲੱਗੇ ਰਹਿੰਦੇ ਹਨ, ਨਿਰੰਕਾਰ ਆਪਣਾ ਸਭ ਕੁਝ ਉਸਦਾ ਕਰ ਦਿੰਦਾ ਹੈ। ਆਪਣੇ ਭਗਤਾਂ ਦੀ ਇੱਛਾ ਉਹ ਨਹੀਂ ਮੋੜ ਸਕਦਾ। ਜੋ ਜੋ ਚਿਤਵੇ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਅੰਨਾ ਕੀ ਭਾਲੇ ਦੋ ਅੱਖਾਂ? ਚੋਰ ਮੰਨ ਗਿਆ। ਭਗਤ ਨੇ ਉਸਨੂੰ ਸਿਮਰਨਾ ਦਿੱਤਾ ਅਤੇ ਕਿਹਾ, ਆ ਲੈ ਸਿਮਰਨਾ, ਤੇ ਇੱਥੇ ਬੈਠ ਕੇ ਸਾਰਾ ਦਿਨ ਰਾਮ ਰਾਮ ਦਾ ਜਾਪ ਕਰੀ ਜਾ, ਤੇ ਆਥਾਣ ਨੂੰ ਤੂੰ ਜੋ ਚਾਹੀਦਾ ਹੈ ਲੈ ਜਾਈ। ਚੋਰ ਚਿੱਤ 'ਚ ਬੜਾ ਖੁਸ਼ ਹੋਇਆ ਕਿ ਇਹ ਵੀ ਕੋਈ ਕੰਮ ਹੈ। ਮੈਂ ਤਾਂ ਕਹਿੰਦਾ ਸੀ ਕਿ ਔਖਾ ਕੰਮ ਕਹਿਣਗੇ। ਉਸਨੇ ਮਾਲਾ ਫੜੀ ਤਾਂ ਬੈਠ ਕੇ ਫਿਰਨ ਲੱਗਾ। ਥੋੜਾ ਚਿਰ ਤਾਂ ਆਰਾਮ ਨਾਲ ਮਾਲਾ ਫੇਰੀ ਗਿਆ, ਪਰ ਜਿਵੇਂ ਜਿਵੇਂ ਸਮਾਂ ਲੱਗਦਾ ਗਿਆ ਉਸਨੂੰ ਬੈਠਣਾ ਅਤੇ ਮਾਲਾ ਫੇਰਨੀ ਜਾਣਾ ਔਖਾ ਲੱਗਣ ਲੱਗਾ। ਭਗਤ ਵੀ ਸਾਹਮਣੇ ਨਿਰੰਕਾਰ ਦੀ ਯਾਦ ਵਿੱਚ ਜੁੜ ਬੈਠਾ ਸੀ। ਉਸਦੇ ਡਰੋਂ ਚੋਰ ਔਖਾ ਸੌਖਾ ਮਾਲਾ ਫੇਰੀ ਗਿਆ। ਜਿਵੇਂ ਜਿਵੇਂ ਕਰਕੇ ਸਵੇਰ ਹੋਈ, ਪਹਿਲਾਂ ਤਾਂ ਚੋਰ ਨੂੰ ਬੈਠਣਾ ਹੀ ਔਖਾ ਲੱਗ ਰਿਹਾ ਸੀ, ਪਰ ਹੁਣ ਨੀਂਦ ਵੀ ਸਤਾਉਣ ਲੱਗੀ, ਕਿਉਂਕਿ ਉਸਨੂੰ ਆਦਤ ਸੀ ਕਿ ਰਾਤ ਨੂੰ ਚੋਰੀ ਕਰਨੀ ਅਤੇ ਦਿਨ ਚੜ੍ਹਦੇ ਹੀ ਘਰ ਜਾ ਕੇ ਸੋ ਜਾਣਾ। ਅਖੀਰ ਜਦੋਂ ਭਗਤ ਸਵੇਰ ਦਾ ਨਿਤਨੇਮ ਕਰਕੇ ਬਾਹਰ ਕਿਸੇ ਕੰਮ ਗਿਆ, ਚੋਰ ਨਜ਼ਰ ਭਜਾ ਕੇ ਭੱਜ ਗਿਆ। ਜੇ ਨਾਮ ਜਪਣਾ ਸੌਖਾ ਹੁੰਦਾ ਤਾਂ ਹਰ ਕੋਈ ਬ੍ਰਹਮ ਗਿਆਨੀ ਹੋ ਜਾਂਦਾ। ਚੋਰ ਨੂੰ ਭਾਵੇਂ ਥੋੜਾ ਸਮਾਂ ਹੀ ਨਾਮ ਜਪਣਾ ਔਖਾ ਲੱਗਾ, ਪਰ ਭਗਤ ਨੇ ਉਸਦੇ ਹਿਰਦੇ ਵਿੱਚ ਨਾਮ ਦਾ ਬੀਜ ਦਿੱਤਾ ਸੀ, ਜੋ ਸਮਾਂ ਪਾ ਕੇ ਜ਼ਰੂਰ ਹਰਾ ਹੋਣਾ ਸੀ, ਕਿਉਂਕਿ ਨਿਰੰਕਾਰ ਇੱਕ ਤਿਲ ਜਿੰਨੀ ਵੀ ਘਾਲ ਬਿਰਥੀ ਨਹੀਂ ਜਾਣ ਦਿੰਦਾ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੇ ਕਾਲੇ। ਕਮਾਈ ਤਾਂ ਇੱਕ ਤਿਲ ਜਿੰਨੀ ਵੀ ਬਿਰਥਾ ਨਹੀਂ ਜਾਂਦੀ, ਪਰ ਬਾਬਾ ਨੰਦ ਸਿੰਘ ਜੀ ਤਾਂ ਦਿਨ ਰਾਤ ਸਿਮਰਨ ਵਿੱਚ ਜੁੜੇ ਰਹਿੰਦੇ ਸੀ।
ਅੱਜ ਸਿਮਰਨ ਦੌਰਾਨ ਉਹਨਾਂ ਨੂੰ ਨਿਰੰਕਾਰ ਵੱਲੋਂ ਹਜੂਰ ਸਾਹਿਬ ਜਾਣ ਦੀ ਪ੍ਰੇਰਣਾ ਹੋਈ ਤੇ ਯਾਤਰਾ ਆਰੰਭ ਕਰ ਦਿੱਤੀ, ਕਿਉਂਕਿ ਹੁਕਮ ਜੋ ਹੋ ਚੁੱਕਾ ਸੀ ਅਤੇ ਸਿੱਖ ਗੁਰੂ ਦੇ ਹੁਕਮ ਨੂੰ ਤਤਕਾਲ ਪੂਰਾ ਕਰਨ ਦਾ ਯਤਨ ਕਰਦਾ ਹੈ। ਜੇਕਰ ਕੋਈ ਗੁਰੂ ਦਾ ਹੁਕਮ ਨਹੀਂ ਮੰਨਦਾ ਤਾਂ ਉਹ ਸਿੱਖ ਨਹੀਂ, ਕਿਉਂਕਿ ਸਿੱਖ ਹੈ ਹੀ ਉਹ ਜੋ ਗੁਰੂ ਦੇ ਹੁਕਮ ਵਿੱਚ ਆ ਗਿਆ। ਹਜੂਰ ਅੰਮ੍ਰਿਤਸਰ ਤੋਂ ਚੱਲ ਕੇ ਰੁੜਕੀ ਛਾਉਣੀ ਪਹੁੰਚੇ ਅਤੇ ਨਿਰੰਕਾਰ ਦੀ ਪ੍ਰੇਰਣਾ ਅਨੁਸਾਰ ਉੱਥੋਂ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ। ਆਪ ਜੀ ਦੀ ਲਗਨ ਦੇਖ ਕੇ ਸਭ ਹੈਰਾਨ ਅਤੇ ਖੁਸ਼ ਹੁੰਦੇ। ਇੱਥੇ ਕੁਝ ਮਹੀਨੇ ਸੇਵਾ ਕਰਨ ਤੋਂ ਬਾਅਦ ਇੱਕ ਦਿਨ ਆਪ ਜੀ ਨੇ ਸੰਗਤ ਦੇ ਸਾਹਮਣੇ ਹਜੂਰ ਸਾਹਿਬ ਜਾਣ ਦੀ ਇੱਛਾ ਜ਼ਾਹਿਰ ਕੀਤੀ। ਇਹ ਸੁਣ ਕੇ ਸੰਗਤ ਨੂੰ ਬਹੁਤ ਦੁੱਖ ਹੋਇਆ, ਕਿਉਂਕਿ ਸੰਗਤ ਨਹੀਂ ਸੀ ਚਾਹੁੰਦੀ ਕਿ ਆਪ ਜੀ ਉੱਥੋਂ ਦੀ ਕਿਤੇ ਹੋਰ ਜਾਣ। ਸੰਗਤ ਵਿੱਚੋਂ ਸਲਾਹ ਕਰਕੇ ਮੁਖੀ ਦੇ ਤੌਰ ਤੇ ਇੱਕ ਪ੍ਰੇਮੀ ਬੋਲਿਆ, ਬਾਬਾ ਜੀ ਕੁਝ ਸਮਾਂ ਹੋਰ ਇੱਥੇ ਦੇਵੋ। ਨਹੀਂ ਭਾਈ, ਦਾਸ ਨੂੰ ਜਾਣ ਦਾ ਹੁਕਮ ਹੈ, ਬਾਬਾ ਜੀ ਨੇ ਬਚਨ ਕੀਤਾ। ਸੰਗਤ ਆਪ ਜੀ ਦੇ ਪੱਕੇ ਇਰਾਦੇ ਨੂੰ ਦੇਖ ਕੇ ਸਮਝ ਗਈ ਸੀ ਕਿ ਹੁਣ ਇਹਨਾਂ ਨੂੰ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਸੰਗਤ ਨੇ ਫਿਰ ਵਿਚਾਰ ਕੀਤੀ ਅਤੇ ਇੱਕ ਪ੍ਰੇਮੀ ਨੇ ਬੇਨਤੀ ਕੀਤੀ, ਬਾਬਾ ਜੀ ਜੇ ਤੁਹਾਨੂੰ ਹੁਕਮ ਹੈ ਤਾਂ ਜ਼ਰੂਰ ਜਾਓ, ਪਰ ਇੱਕ ਬੇਨਤੀ ਹੈ ਕਿ ਹਜੂਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਫਿਰ ਦਰਸ਼ਨ ਦਿਓ। ਜੋ ਵੀ ਖਰਚ ਹੋਏਗਾ ਉਹ ਸੇਵਾ ਬਖਸ਼ੋ। ਫਿਰ ਤਾਂ ਭਾਈ ਇਹ ਯਾਤਰਾ ਤੁਹਾਡੀ ਹੋਈ, ਬਾਬਾ ਜੀ ਨੇ ਮੁਸਕਰਾ ਕੇ ਆਖਿਆ ਅਤੇ ਗੁਰੂ ਸਾਹਿਬ ਦੇ ਹਜੂਰ ਖੜ ਕੇ ਅਰਦਾਸ ਕੀਤੀ ਅਤੇ ਚਾਲੇ ਪਾ ਦਿੱਤੇ। ਸੰਗਤ ਨੇ ਵਿਚਾਰ ਕਰਕੇ ਹਜੂਰ ਵਾਸਤੇ ਉਸ ਸਮੇਂ ਮਨਮਾੜ ਦੀ ਟਿਕਟ ਦਾ ਇੰਤਜ਼ਾਮ ਕੀਤਾ। ਸੰਗਤ ਦੀ ਭਾਵਨਾ ਦੇਖ ਕੇ ਆਪ ਜੀ ਨੇ ਇਹ ਸੇਵਾ ਪ੍ਰਵਾਨ ਕੀਤੀ। ਹਜੂਰ ਸਾਹਿਬ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ ਬਾਬਾ ਜੀ ਸੱਚਖੰਡ ਸ਼੍ਰੀ ਹਜੂਰ ਸਾਹਿਬ, ਜਿੱਥੇ ਕਲਗੀਧਰ ਪਾਤਸ਼ਾਹ ਨੇ ਪੰਜ ਭੂਤਕ ਸਰੀਰ ਤਿਆਗਿਆ ਸੀ, ਪਹੁੰਚੇ। ਉਸ ਸਮੇਂ ਉੱਥੋਂ ਦੇ ਹੈੱਡ ਪੁਜਾਰੀ ਦੀ ਸੇਵਾ ਭਾਈ ਹੀਰਾ ਸਿੰਘ ਜੀ ਨਿਭਾ ਰਹੇ ਸਨ। ਕਰਨੀ ਵਾਲੇ ਸਨ ਅਤੇ ਤਤਪਰਤਾ ਨਾਲ ਸੇਵਾ ਨਿਭਾ ਰਹੇ ਸਨ। ਜੋ ਸੇਵਾ ਨਿਮਰਤਾ ਨਾਲ ਸੱਚੇ ਦਿਲੋਂ ਕੀਤੀ ਜਾਵੇ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ, ਜਦ ਕਿ ਅਹੰਕਾਰ ਵਿੱਚ ਜਾਂ ਬੱਦਾ ਚੱਟੀ ਵਿੱਚ ਕੀਤੀ ਸੇਵਾ ਥਾਏ ਨਹੀਂ ਪੈਂਦੀ। ਵਿੱਚ ਹੋਮੇ ਸੇਵਾ ਥਾਏ ਨਾ ਪਾਏ, ਜਨਮ ਮਰੇ ਫਿਰ ਆਏ ਜਾਏ। ਸੋ ਇਸ ਰਹਿਤ ਵਿੱਚ ਪੂਰੇ ਅਤੇ ਸੇਵਾ ਭਾਵ ਵਾਲੇ ਸਿੱਖ ਸਨ। ਬਾਬਾ ਜੀ ਨੇ ਇੱਥੇ ਪਹੁੰਚ ਕੇ ਆਪਣੇ ਸੁਭਾਅ ਅਤੇ ਨਿਤਨੇਮ ਅਨੁਸਾਰ ਕਈ ਘੰਟੇ ਸਿਮਰਨ ਵਿੱਚ ਬੈਠੇ ਰਹਿਣਾ। ਭਾਈ ਹੀਰਾ ਸਿੰਘ ਜੀ ਤੇ ਇਸ ਦਾ ਪ੍ਰਭਾਵ ਪੈਣਾ ਸੁਭਾਵਿਕ ਸੀ। ਇਹ ਬਾਬਾ ਜੀ ਨੂੰ ਇਸ ਤਰ੍ਹਾਂ ਸਮਾਧੀ ਵਿੱਚ ਦੇਖ ਕੇ ਚਾਹੁੰਦਿਆਂ ਹੋਇਆਂ ਵੀ ਨਾ ਬੁਲਾਉਂਦੇ, ਕਿਉਂਕਿ ਉਹ ਸਮਝ ਸਕਦੇ ਸਨ ਕਿ ਇਸ ਆਨੰਦ ਵਿੱਚ ਵਿਘਨ ਪਾਉਣਾ ਕਿੰਨਾ ਤਕਲੀਫਦੇਹ ਹੁੰਦਾ ਹੈ। ਨਾਮ ਦਾ ਰਸੀਆ ਹੀ ਇਹ ਸਮਝ ਸਕਦਾ ਹੈ ਕਿ ਨਾਮ ਦਾ ਰਸ ਲੈ ਰਹੇ ਕਿਸੇ ਰੱਬ ਦੇ ਪਿਆਰੇ ਦੀ ਬਿਰਤੀ ਤੋੜਨਾ ਉਸਨੂੰ ਕਿੰਨਾ ਮਾੜਾ ਮਹਿਸੂਸ ਹੁੰਦਾ ਹੈ। ਇੱਕ ਦਿਨ ਬਾਬਾ ਜੀ ਨੇ ਆਪ ਹੀ ਭਾਈ ਜੀ ਨੂੰ ਬੁਲਾਇਆ ਅਤੇ ਬੇਨਤੀ ਦੇ ਰੂਪ ਵਿੱਚ ਕਿਹਾ, ਮਹਾਰਾਜ ਦਾਸ ਨੂੰ ਕੋਈ ਸੇਵਾ ਬਖਸ਼ੋ। ਉਹਨਾਂ ਦੇ ਚਿਹਰੇ ਤੇ ਨਿਮਰਤਾ ਦੇ ਜੋ ਭਾਵ ਸਨ ਉਹ ਭਾਈ ਜੀ ਨੇ ਕਿਤੇ ਹੋਰ ਨਹੀਂ ਸਨ ਦੇਖੇ। ਜਿਹੜੀ ਵੀ ਸੇਵਾ ਕਰਨ ਨੂੰ ਤੁਹਾਡਾ ਚਿੱਤ ਕਰਦਾ ਹੈ ਕਰੋ, ਤੁਹਾਡੇ ਲਈ ਹਰ ਸੇਵਾ ਖੁੱਲੀ ਹੈ, ਪਰ ਤਨਖਾਹ ਤੁਹਾਨੂੰ ਜ਼ਰੂਰ ਲੈਣੀ ਪਏਗੀ। ਭਾਈ ਜੀ ਨੇ ਬਾਬਾ ਜੀ ਦੇ ਜੋੜੇ ਹੋਏ ਹੱਥ ਆਪਣੇ ਹੱਥਾਂ ਵਿੱਚ ਫੜਦੇ ਕਿਹਾ, ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਵਾਸਤੇ ਤਨਖਾਹ ਨਹੀਂ, ਲੰਗਰ ਤੋਂ ਪ੍ਰਸ਼ਾਦਾ ਛਕ ਲਿਆ ਕਰਾਂਗਾ। ਬਾਬਾ ਜੀ ਨੇ ਨਾਹ ਵਿੱਚ ਸਿਰ ਹਿਲਾਉਂਦਿਆਂ ਕਿਹਾ, ਪਰ ਸੇਵਾ ਸਭ ਤੋਂ ਵੱਡੀ ਬਖਸ਼ੋ ਜੀ। ਵੱਡੀ ਸੇਵਾ ਤਾਂ ਫਿਰ ਇਹ ਹੈ, ਅੰਮ੍ਰਿਤ ਵੇਲੇ ਗੋਦਾਵਰੀ ਨਦੀ ਤੋਂ 2 ਗਾਗਰਾਂ ਜਲ ਦੀਆਂ ਭਰ ਕੇ ਲਿਆਇਆ ਕਰੋ, ਕਿਉਂਕਿ ਅੰਮ੍ਰਿਤ ਵੇਲੇ 12:15 ਵਜੇ ਗੁਰੂ ਸਾਹਿਬ ਜੀ ਦੇ ਅਸਥਾਨ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ, ਪਹਿਲਾਂ ਦੁੱਧ ਨਾਲ ਤੇ ਫਿਰ ਗੋਦਾਵਰੀ ਦੇ ਪਾਣੀ ਨਾਲ। ਤੁਹਾਨੂੰ ਤਾਂ ਪਤਾ ਹੀ ਹੈ ਇਸ ਮਰਿਆਦਾ ਦਾ। ਸੋ ਇਹ ਜਲ ਲੈ ਕੇ ਆਉਣ ਦੀ ਸੇਵਾ ਤੁਸੀਂ ਕਰੋ। ਭਾਈ ਜੀ ਨੇ ਆਪਣੇ ਵੱਲੋਂ ਬਾਬਾ ਜੀ ਨੂੰ ਪ੍ਰਮੁੱਖ ਸੇਵਾ ਬਖਸ਼ੀ। ਜੀ ਸਤ ਬਚਨ ਜੀ, ਧੰਨ ਭਾਗ ਬਾਬਾ ਜੀ ਸੇਵਾ ਪਾ ਕੇ ਪ੍ਰਸੰਨ ਸਨ। ਇਸ ਤੋਂ ਅੱਗੇ ਬਾਬਾ ਜੀ ਦਾ ਜੀਵਨ ਇਤਿਹਾਸ ਸੁਣਨ ਲਈ ਦੇਖੋ ਸਾਡੀ ਅਗਲੀ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ।